ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਣੀ ਦਾ ਫੁਰਮਾਨ ਹੈ ਜੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਗੁਰਬਾਣੀ ਇਸ ਜਗ में ਚਾਨਣ, ਕਰਮ ਵਸੇ ਮਨ ਆਏ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਦੇਖੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਤੂੰ ਗੁਰਬਾਣੀ ਬਣਨਾ ਹੈ, ਤੇਰਾ ਜੀਵਨ ਗੁਰਬਾਣੀ ਬਣ ਜੇ, ਤੇਰਾ ਜੀਵਨ ਗੁਰੂ ਜੈਸਾ ਬਣ ਜੇ, ਤੂੰ ਗੁਰੂ ਵਰਗਾ ਹੋ ਜੇ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਆਪਣਾ ਸਰੂਪ ਦਿੱਤਾ ਹੈ। ਪਰ ਲੇਕਿਨ ਅੱਜ ਅਸੀਂ ਆਪਣੇ ਸਮਾਜ ਦੀ ਹਾਲਤ ਦੇਖੀਏ, ਅਸੀਂ ਸਿੱਖ ਧਰਮ ਵਿੱਚ ਕੀ ਕਰ ਰਹੇ ਹਾਂ। 52 ਪਾਠ, 101 ਪਾਠ, 151 ਪਾਠ, 500 ਅਖੰਡ ਪਾਠ। ਦੇਖੋ ਜੇ ਤਾਂ ਦੇਖੋ ਗੁਰੂ ਜਿਹੜੇ ਗੁਰੂ ਅਰਜਨ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਕੋਲੋਂ ਪੂਰੀ ਗੁਰਬਾਣੀ ਦਾ ਸੰਗ੍ਰਹਿ ਇਕੱਠਾ ਕਰਕੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਹਿਲਾ ਮਤਲਬ ਕਿ 10ਵੇਂ ਪਾਤਸ਼ਾਹ ਨੇ ਗੁਰੂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪਹਿਲਾ ਪੋਥੀ ਪਰਮੇਸ਼ਰ ਕਾ ਥਾਨ, ਜਦੋਂ 9ਵੇਂ ਮਹੱਲੇ ਦੇ ਸ਼ਲੋਕ ਗੁਰੂ ਸਾਹਿਬ ਨੇ ਐਡ ਕੀਤੇ ਨਾ ਉਸ ਗੁਰੂ ਗ੍ਰੰਥ ਪੋਥੀ ਵਿੱਚ, ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਮਤਲਬ ਕਿ ਇੱਕ ਮਤਲਬ ਕਿ ਸਾਨੂੰ ਕਹਿ ਦਿੱਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਠੀਕ ਹੈ। ਜਦੋਂ ਭਾਈ ਗੁਰਦਾਸ ਜੀ ਕੋਲੋਂ ਗੁਰੂ ਅਰਜਨ ਪਾਤਸ਼ਾਹ ਰਾਮਸਰ ਗੁਰਦੁਆਰਾ ਸਾਹਿਬ ਵਿੱਚ ਸਾਰਾ ਮਤਲਬ ਕਿ ਗੁਰਬਾਣੀ ਨੂੰ ਇਕੱਤਰ ਕਰਕੇ ਉੱਥੇ ਜਦੋਂ ਪੋਥੀਆਂ ਦੇ ਸਰੂਪ ਵਿੱਚ ਜਦੋਂ ਗੁਰੂ ਸਾਹਿਬ ਨੇ ਇਕੱਤਰ ਕੀਤੀ, ਤੇ ਗੁਰੂ ਸਾਹਿਬ ਨੇ ਕਿਤੇ ਨਹੀਂ ਸਾਨੂੰ ਪਹਿਲਾਂ ਕਿਹਾ ਕਿ ਤੁਸੀਂ ਇੰਨੀ ਵਾਰ ਪਾਠ ਕਰਨੇ ਆ ਜਾਂ ਇੰਨੇ ਚੁਪਹਿਰੇ ਦੁਪਹਿਰੇ ਇੰਨੇ ਟਾਈਮ। ਗੁਰੂ ਸਾਹਿਬ ਤੇ ਕਹਿੰਦੇ ਨੇ ਹਰ ਕਾ ਨਾਮ ਨਿਤ ਨਿਤ ਹੈ ਲੀਜੇ। 8 ਪੈਰ ਗੱਲ ਦੀ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਅਸੀਂ ਧਿਆਨ ਨਾਲ ਪੜਾਂਗੇ, 8 ਪੈਰ ਹਰ ਟਾਈਮ ਹਰ ਸਮਾਂ, ਇੱਕ ਪਲ ਵੀ ਇੱਕ ਇੱਕ ਗੁਰੂ ਸਾਹਿਬ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਗੁਰੂ ਸਾਹਿਬ ਕਹਿੰਦੇ ਨੇ ਇੱਕ 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 ਘੜੀ ਨਾ ਮਿਲੇ ਤੇ ਤਾਂ ਕਲ ਯੁਗ ਹੋਤਾ। ਇੱਕ ਮਤਲਬ ਕਿ ਇੱਕ ਘੜੀ ਦਾ ਮਤਲਬ ਹੈ ਅੱਖ ਪਲਕ ਜਦੋਂ ਸਭ ਦੀ ਸਾਡੀ ਝਪਕਦੀ ਹੈ ਨਾ, ਗੁਰੂ ਸਾਹਿਬ ਕਹਿੰਦੇ ਨੇ ਜੇ ਇੰਨੇ ਪਲਕ ਇੱਕ ਸੈਕਿੰਡ ਤੋਂ ਵੀ ਘੱਟ ਸਮਾਂ ਹੁੰਦਾ ਜਦੋਂ ਸਾਡੀ ਪਲਕਾਂ ਝਪਕਦੀਆਂ ਨੇ, ਤੇ ਕਹਿੰਦੇ ਜੇ ਨਹੀਂ ਤੂੰ ਮੈਨੂੰ ਮਿਲਦਾ ਜਾਂ ਮੈਂ ਤੈਨੂੰ ਭੁੱਲ ਜਾਣਾ ਵਾ, ਉਹ ਤੇ ਹਮੇਸ਼ਾ ਮਿਲਿਆ ਰਹਿੰਦਾ, ਪਰ ਜਦੋਂ ਮੈਂ ਤੈਨੂੰ ਭੁੱਲਦਾ ਵਾਂ ਤੇ ਮੇਰੇ ਅੰਦਰ ਕਲ ਹੋ ਜਾਂਦੀ ਹੈ। ਮੈਨੂੰ ਕੀ ਕਰਦੇ ਨੇ ਇਹ ਵਿਕਾਰ ਰੂਪੀ ਜਿਹੜੇ 5 ਚੋਰ ਨੇ ਨਾ, ਇਹ ਮੈਨੂੰ ਦਬੋਚ ਲੈਂਦੇ ਨੇ। ਪਰ ਅੱਜ ਅਸੀਂ ਦੇਖੀਏ ਵੀ ਅਸੀਂ ਕੀ ਕਰ ਰਹੇ ਹਾਂ, ਵੀ ਇੰਨੇ ਪਾਠ ਕਰਕੇ ਇੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇਕੱਠੇ ਕਰਕੇ ਜਦੋਂ ਅਸੀਂ 51 101 250 ਅਖੰਡ ਪਾਠ ਸਾਹਿਬ ਰੱਖਦੇ ਹਾਂ, ਕੀ ਸਾਡੀ ਕੌਮ ਨੂੰ, ਸਾਡੇ ਪੰਥ ਨੂੰ, ਸਾਨੂੰ ਸਾਰੀ ਮਨੁੱਖਤਾ ਨੂੰ ਉਹਦਾ ਕੋਈ ਫਾਇਦਾ ਹੁੰਦਾ? ਗੁਰੂ ਸਾਹਿਬ ਤੇ ਜਦੋਂ ਦੇਖੋ ਤੁਸੀਂ, ਅਸੀਂ ਜਦੋਂ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ 2685 ਵਾਰ ਰਹਾਉ ਆਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ। 2685 ਵਾਰ ਗੁਰੂ ਸਾਹਿਬ ਨੇ ਕਿਹਾ ਰੁਕਣਾ। ਰੁਕਣਾ ਦਾ ਮਤਲਬ ਹੁੰਦਾ ਪੋਜ ਦੋ। ਤੇ ਪਰ ਲੇਕਿਨ ਅਸੀਂ ਕਦੀ ਵੀ ਰੁਕ ਕੇ ਉਹਦਾ ਪੰਕਤੀ ਦਾ ਅਰਥ ਹੀ ਨਹੀਂ ਸਮਝਣੇ ਦੀ ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬ ਸਾਨੂੰ ਮੈਸੇਜ ਕੀ ਦੇ ਰਹੇ ਆ ਗੁਰਬਾਣੀ ਵਿੱਚ। ਦੇਖੋ ਇੱਕ ਸਮਾਂ ਸੀਗਾ ਗੁਰੂ ਗ੍ਰੰਥ ਸਾਹਿਬ ਜਦੋਂ ਨਾ ਮੁਗਲਾਂ ਦਾ ਟਾਈਮ ਸੀਗਾ, ਜਦੋਂ ਸਿੱਖ ਨਾ ਜੰਗਲਾਂ ਵਿੱਚ, ਕੰਦਰਾਂ ਵਿੱਚ, ਪਹਾੜਾਂ ਵਿੱਚ ਰਹਿੰਦੇ ਸੀਗੇ, ਤੇ ਉਹਨਾਂ ਨੇ ਪੋਥੀਆਂ ਆਪਣੇ ਮਤਲਬ ਕਿ ਨਾਲ ਸੰਭਾਲ ਕੇ ਰੱਖਦੇ ਸੀਗੇ, ਤੇ ਘੋੜਿਆਂ ਦੀ ਕਾਠੀਆਂ ਤੇ ਰਹਿਣਾ ਤੇ ਘੋੜਿਆਂ ਦੀ ਕਾਠੀਆਂ ਤੇ ਹੀ ਸੋ ਜਾਣਾ ਵਿਚਾਰਿਆਂ ਨੇ, ਕਿਉਂਕਿ ਉਸ ਟਾਈਮ ਮਤਲਬ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ। ਉਹ ਜਿੱਥੇ ਦੇਖਦੇ ਸੀਗੇ ਪੋਥੀ ਦਾ ਮਤਲਬ ਕਿ ਪ੍ਰਕਾਸ਼ ਕਰਕੇ ਤੇ ਗੁਰਬਾਣੀ ਨੂੰ ਪੜ੍ਹਦੇ ਸੀਗੇ। ਉਹ ਸਮਾਂ ਸੀਗਾ, ਜ਼ਰੂਰਤ ਵੀ ਸੀਗੀ, ਕਿਉਂਕਿ ਉਹ ਨਾ ਮਤਲਬ ਕਿ ਮੈਸੇਜ ਲੈਂਦੇ ਸੀ ਗੁਰੂ ਸਾਹਿਬ ਦਾ। ਉਹ ਬੜੇ ਮਤਲਬ ਕਿ ਕਹਿ ਲਓ ਕਿ ਪ੍ਰੇਮ ਨਾਲ ਪੜ੍ਹਦੇ ਸੀ। ਅੱਜ ਅਸੀਂ ਬਾਹਰੀ ਸਤਿਕਾਰ ਤੇ ਗੁਰੂ ਸਾਹਿਬ ਜੀ ਦਾ ਬਹੁਤ ਕਰ ਦਿੱਤਾ। ਅਸੀਂ ਬਹੁਤ ਮਤਲਬ ਕਿ ਕਹਿ ਲਓ ਕਿ ਮਹਿੰਗੇ ਤੋਂ ਮਹਿੰਗੇ ਰੁਮਾਲੇ ਉਹਨਾਂ ਨੂੰ ਅਰਪਣ ਕਰਤੇ, ਚੰਦੋਏ ਅਰਪਣ ਕਰਤੇ, ਚੋਰ ਅਰਪਣ ਕਰਤੀ, ਹੋਰ ਉਹਨਾਂ ਦੇ ਸਾਹਮਣੇ ਬਿਲਕੁਲ ਮਤਲਬ ਕਿ ਜਦੋਂ ਜਿੱਥੇ ਪ੍ਰਕਾਸ਼ ਹੋਇਆ ਹੁੰਦਾ ਵੀ ਉੱਥੇ ਵਧੀਆ ਤੋਂ ਵਧੀਆ ਹਰ ਚੀਜ਼ ਗੁਰੂ ਸਾਹਿਬ ਨੂੰ ਅਸੀਂ ਅਰਪਣ ਕਰਦੇ ਹਾਂ। ਪਰ ਲੇਕਿਨ ਇਹ ਸਾਡਾ ਬਾਹਰੀ ਸਤਿਕਾਰ ਹੈ। ਜਿਹੜਾ ਸਤਿਕਾਰ ਸੀਗਾ ਉਹਨਾਂ ਦੇ ਸ਼ਬਦ ਦੇ ਦੁਆਰਾ ਆਪਣੇ ਜੀਵਨ ਨੂੰ ਘਾੜਤ ਕਰਨੀ, ਉਹਨਾਂ ਦੇ ਅਨੁਸਾਰੀ ਜੀਵਨ ਜੀਣਾ, ਉਹ ਅਸੀਂ ਭੁੱਲ ਗਏ। ਹੁਣ ਅਸੀਂ ਦੇਖੋ ਸਾਡਾ ਵਿਰਸਾ ਇੰਨਾ ਅਮੀਰ, ਤੇ ਪਰ ਅੱਜ ਅਸੀਂ ਦੇਖੀਏ ਵੀ ਅਸੀਂ ਸਮਾਜ ਵਿੱਚ ਸਾਡੀ ਉਹ ਪੋਜੀਸ਼ਨ ਨਹੀਂ ਹੈ ਕਿ ਵੀ ਜੋ ਸਾਨੂੰ ਹੱਕ ਸੱਚ ਦੀ ਗੱਲ ਸਾਨੂੰ ਗੁਰੂ ਸਾਹਿਬ ਨੇ ਸਾਡੇ ਕਹਿ ਲਓ ਕਿ ਸਾਨੂੰ ਮਤਲਬ ਕਿ ਸਾਡੇ ਖੂਨ ਵਿੱਚ ਪਾਈ ਹੈ, ਤੇ ਪਰ ਲੇਕਿਨ ਅਸੀਂ ਆਪਣੇ ਹੱਕ ਸੱਚ ਵਾਸਤੇ ਅਸੀਂ ਅੱਜ ਇਕੱਠੇ ਨਹੀਂ ਹੈਗੇ। ਅਸੀਂ ਵੰਡੀਆਂ ਵਿੱਚ ਵੰਡ ਗਏ ਵੀ ਉਹਨੇ ਉਸ ਬਾਬੇ ਕੋਲੋਂ ਅੰਮ੍ਰਿਤ ਛਕਿਆ, ਉਹਨੇ ਉਸ ਬਾਬੇ ਕੋਲੋਂ, ਉਹਨੇ ਉਸ ਸੰਤ ਕੋਲੋਂ ਅੰਮ੍ਰਿਤ ਛਕਿਆ, ਉਹਨੇ ਉਸ ਬ੍ਰਹਮ ਗਿਆਨੀ ਕੋਲੋਂ ਅੰਮ੍ਰਿਤ ਛਕਿਆ, ਜਦ ਕਿ ਅੰਮ੍ਰਿਤ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਅੰਮ੍ਰਿਤ ਹੈ। ਗੁਰੂ ਸਾਹਿਬ ਕਹਿੰਦੇ ਸੀ ਇਹ ਖੰਡੇ ਦੀ ਪੋਲ ਛਕਣੀ ਹੈ, ਪਰ ਇਹ ਅੰਮ੍ਰਿਤ ਤੂੰ ਡੇਲੀ ਪੀਣਾ ਹੈ, ਜਿਹੜਾ ਸ਼ਬਦ ਦੇ ਰੂਪ ਵਿੱਚ ਸਾਨੂੰ ਗੁਰੂ ਸਾਹਿਬ ਨੇ ਦਿੱਤਾ। ਪਰ ਲੇਕਿਨ ਉਹ ਅੰਮ੍ਰਿਤ ਨੂੰ ਅਸੀਂ ਭੁੱਲ ਗਏ। ਅਸੀਂ ਉਹ ਖੰਡੇ ਦੀ ਪੋਲ ਤਾਂ ਅਸੀਂ ਚਲੋ ਲੈਣੀ ਵੀ ਚਾਹੀਦੀ ਹੈ ਔਰ ਲਿੱਤੀ ਵੀ ਹੋਈ ਹੈ, ਪਰ ਲੇਕਿਨ ਅਸੀਂ ਉਹਨੂੰ ਹੀ ਖੰਡੇ ਦੀ ਪੋਲ ਨੂੰ ਛੱਕ ਕੇ
ਤੇ ਅਸੀਂ ਆਪਣੇ ਆਪ ਨੂੰ ਸੁਪੀਰੀਅਰ ਸਮਝਣ ਲੱਗ ਗਏ ਕਿ ਮੈਂ ਤਾਂ ਜੀ ਅੱਜ ਤੋਂ 5 ਕਕਾਰ ਪਾਣੇ ਸ਼ੁਰੂ ਕਰ ਦਿੱਤੇ ਜੀ, ਬਸ ਮੈਨੂੰ ਤੇ ਹੋਰ ਕਿਸੇ ਦੀ ਜ਼ਰੂਰਤ ਹੀ ਨਹੀਂ। ਪਰ ਲੇਕਿਨ ਜਦੋਂ ਜਦ ਜਦ ਕਿ ਗੁਰੂ ਸਾਹਿਬ ਕਹਿੰਦੇ ਨੇ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ, ਮਤਲਬ ਕਿ ਜਿਹੜਾ ਉਹਦੇ ਅਨੁਸਾਰ ਹੀ ਚੱਲਦਾ ਉਹ ਜਿੰਦਾ, ਅਦਰਵਾਈਜ਼ ਅਸੀਂ ਨਹੀਂ ਜਿੰਦੇ। ਸਾਡਾ ਇਹ ਸਰੀਰ ਦੀ ਨਹੀਂ ਮੌਤ ਹੁੰਦੀ, ਪਰ ਸਾਡੀ ਆਤਮਾ ਦੀ ਮੌਤ, ਸਾਡੇ ਮਨ ਦੀ ਮੌਤ, ਅਸੀਂ ਵਿਕਾਰਾਂ ਦੇ ਦੁਆਰਾ ਅਸੀਂ ਪਲ ਪਲ ਮਰਦੇ ਆ। ਸੋ ਗੱਲ ਆਈਏ ਆਪਣੇ ਟੌਪਿਕ ਤੇ ਵੀ ਅਖੰਡ ਪਾਠ ਕੀ ਹੋ ਗਿਆ। ਅੱਜ ਤੁਸੀਂ ਦੇਖੋ ਜਿੰਨੀਆਂ ਵੀ ਗੁਰਦੁਆਰੇ ਦੇ ਪ੍ਰਬੰਧਕ ਕਮੇਟੀਆਂ ਨੇ ਨਾ, ਉਹਨਾਂ ਦਾ ਇੱਕ ਬਿਜ਼ਨਸ ਬਣ ਚੁੱਕਿਆ, ਵਪਾਰੀਕਰਨ ਹੋ ਚੁੱਕਿਆ ਕਿ ਵੀ ਇੱਥੇ ਤੁਸੀਂ ਅਖੰਡ ਪਾਠ ਸਾਹਿਬ ਰਖਾਓ। ਮੋਸਟਲੀ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਹੋਣ ਲੱਗ ਗਏ ਨੇ, ਕਿਉਂਕਿ ਅਸੀਂ ਘਰ ਵਿੱਚ ਗੁਰੂ ਸਾਹਿਬ ਨੂੰ ਲਿਆਉਣਾ ਵੀ ਨਹੀਂ ਚਾਹੁੰਦੇ। ਜੇ ਲੈ ਵੀ ਆਈਏ, ਉਹਨਾਂ ਦਾ ਪ੍ਰਕਾਸ਼ ਘਰ ਅਸੀਂ ਕਰਦੇ ਵੀ ਹਾਂ, ਪਰ ਲੇਕਿਨ ਅਸੀਂ ਉਸ ਕਮਰੇ ਵਿੱਚ ਜਾਣਾ ਜ਼ਰੂਰੀ ਹੀ ਨਹੀਂ ਸਮਝਦੇ ਕਿ ਬਸ ਚਲੋ ਜੀ ਭਾਈ ਸਾਹਿਬ ਆਪਣੀ ਡਿਊਟੀ ਨਿਭਾ ਕੇ ਚਲੇ ਜਾਣਗੇ ਤੇ ਬਸ ਅਸੀਂ ਅਖੰਡ ਪਾਠ ਸਾਹਿਬ ਕਰਾ ਲਿੱਤਾ। ਉਹਦਾ ਕੋਈ ਫਾਇਦਾ ਨਹੀਂ ਹੈਗਾ ਕਿ ਵੀ ਜੇ ਅਸੀਂ ਮਤਲਬ ਕਿ ਉਸ ਚੀਜ਼ ਨੂੰ ਨਹੀਂ ਸਮਝਿਆ। ਗੁਰਬਾਣੀ ਜਿਹੜੀ ਸਾਡੇ ਘਰ, ਚਲੋ ਸਾਨੂੰ ਇੱਕ ਮੌਕਾ ਮਿਲਿਆ ਵਾ, ਤੇ ਪਹਿਲੀ ਗੱਲ ਹੈ ਕਿ ਪਹਿਲਾਂ ਤੇ ਅਸੀਂ ਆਪਣਾ ਸਹਿਜ ਪਾਠ ਆਪਣਾ ਘਰ, ਹਰ ਬੰਦੇ ਦੀ ਡਿਊਟੀ ਬਣਦੀ ਹੈ, ਹਰ ਬੰਦੇ ਦੀ ਇੱਕ ਜ਼ਰੂਰਤ ਹੈ, ਸਾਡੀ ਬਹੁਤ ਵੱਡੀ ਜ਼ਰੂਰਤ ਹੈ। ਜਿਵੇਂ ਅਸੀਂ ਖਾਂਦੇ ਹਾਂ, ਪੀਂਦੇ ਹਾਂ, ਕੱਪੜੇ ਪਾਉਂਦੇ ਹਾਂ, ਸਾਡੀ ਰੋਜ਼ਮर्रा ਦੀ ਜ਼ਿੰਦਗੀ ਸਾਡੀ ਰੂਟੀਨ ਹੈ, ਉਸ ਤਰ੍ਹਾਂ ਹੀ ਸਾਡੀ ਰੂਟੀਨ ਹੋਣੀ ਚਾਹੀਦੀ ਕਿ ਗੁਰਬਾਣੀ, ਗੁਰੂ ਸਾਹਿਬ ਸਾਨੂੰ ਕੀ ਸੰਦੇਸ਼ ਦੇ ਰਹੇ ਨੇ। ਸੋ ਗੱਲ ਹੈ ਕਿ ਜਿੰਨੇ ਵੀ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਨੇ ਨਾ, ਉਹਨਾਂ ਦਾ ਤਾਂ ਵਪਾਰੀਕਰਨ ਬਣ ਚੁੱਕਿਆ ਜੀ। ਇੱਥੇ ਅਖੰਡ ਪਾਠ ਸਾਹਿਬ ਰਖਵਾ ਲਓ, ਉੱਥੇ ਕੀ ਲੋੜ ਹੈ ਜੀ, ਉੱਥੇ ਤੁਹਾਨੂੰ ਸੇਵਾ ਕਰਨੀ ਪਏਗੀ ਜੀ, ਉੱਥੇ ਤੁਹਾਨੂੰ ਇਹ ਕਰਨਾ ਪਏਗਾ। ਬੜੇ ਉਹ ਆਪਣੇ ਵੀ ਮਤਲਬ ਕਿ ਸਾਰੀਆਂ ਸਾਨੂੰ ਆਪਣੇ ਵਿਊਜ਼ ਦਿੰਦੇ ਨੇ, ਪਰ ਲੇਕਿਨ ਅੱਜ ਅਸੀਂ ਗੁਰਬਾਣੀ ਦੇ ਕੇ ਹੀ ਸਾਨੂੰ ਗੁਰਬਾਣੀ ਤੋਂ ਤੋੜਿਆ ਜਾ ਰਿਹਾ। ਕਿਉਂਕਿ ਇੱਕ ਤੇ ਗਿਣਤੀਆਂ ਮਿੰਤੀਆਂ ਦੇ ਪਾਠ ਕਰ ਲਏ, ਮੰਨ ਲਓ ਕਿ ਮੈਨੂੰ ਕਿਸੇ ਨੇ ਕਹਿਤਾ ਤੂੰ 21 ਪਾਠ ਜਪਜੀ ਸਾਹਿਬ ਦੇ ਕਰਨੇ ਨੇ, ਮੈਂ ਇਹ ਸੋਚਾਂਗੀ ਵੀ ਮੈਂ ਗਿਣਤੀ ਕਰਾਂਗੀ ਵੀ ਮੈਂ ਅੱਜ ਦੇ ਦਿਨ ਵਿੱਚ 24 ਘੰਟੇ ਵਿੱਚ 12 ਘੰਟੇ ਦਾ ਦਿਨ, 12 ਘੰਟੇ ਦੀ ਰਾਤ, ਉਹਦੇ ਵਿੱਚ ਮੈਂ 21 ਪਾਠ ਜਪਜੀ ਸਾਹਿਬ ਦੇ ਕਰਨੇ ਨੇ। ਪਰ ਲੇਕਿਨ ਮੈਂ ਇੱਕ ਵੀ ਤੁਕ, ਇੱਕ ਵੀ ਪੰਕਤੀ, ਇੱਕ ਵੀ ਅੱਖਰ ਸਮਝਣੇ ਦੀ ਕੋਸ਼ਿਸ਼ ਨਹੀਂ ਕਰਾਂਗੀ। ਜਦ ਕਿ ਗੁਰੂ ਸਾਹਿਬ ਤੇ ਦੇਖੋ ਸਭ ਤੋਂ, ਅਸੀਂ ਅੱਜ ਦੇਖੋ ਤੁਸੀਂ, ਅੱਜ ਕੋਈ ਵੀ ਅਸੀਂ ਕੁਝ ਵੀ ਕੰਮ ਕਰਨਾ ਹੋਵੇ ਨਾ, ਅਸੀਂ ਉਹਦੀ ਐਡੀਟਿੰਗ ਕਰਦੇ ਹਾਂ ਵੀ ਇੱਥੋਂ ਕੋਈ ਚੀਜ਼ ਗਲਤ ਤਾਂ ਨਹੀਂ ਹੋ ਗਈ, ਅਸੀਂ ਬੋਲੇ ਤਾਂ ਨਹੀਂ ਗਲਤ, ਅਸੀਂ ਲਿਖਿਆ ਤੇ ਨਹੀਂ ਗਲਤ, ਅਸੀਂ ਪੜ੍ਹਿਆ ਤੇ ਨਹੀਂ ਗਲਤ, ਜੋ ਮੈਂ ਕੁਝ ਲਿਖ ਰਹੀ ਹਾਂ ਉਹਦੇ ਵਿੱਚ ਕੋਈ ਗਲਤੀ ਨਹੀਂ ਹੋਈ, ਅਸੀਂ ਉਹ ਸਾਰਾ ਕੁਝ ਕਰਦੇ ਹਾਂ। ਪਰ ਲੇਕਿਨ ਗੁਰੂ ਅਰਜਨ ਪਾਤਸ਼ਾਹ ਦੇਖੋ ਕਿੰਨੀ ਮਤਲਬ ਕਿ ਉਹਨਾਂ ਦੀ, ਮਤਲਬ ਕਿ ਕਿੰਨਾ ਸਮਝਦਾਰੀ ਉਹਨਾਂ ਦੀ ਦੇਖੋ ਤੁਸੀਂ। ਅਸੀਂ ਅੱਜ ਕਹਿੰਦੇ ਨਾ ਅਸੀਂ ਪੜ੍ਹੇ ਲਿਖੇ ਹਾਂ, ਅੱਜ ਸਾਡੇ ਕੋਲ ਇੰਨੀਆਂ ਡਿਗਰੀਆਂ ਨੇ, ਅੱਜ ਸਾਡੇ ਕੋਲੋਂ ਅਸੀਂ ਬਹੁਤ ਜ਼ਿਆਦਾ ਅੱਗੇ ਚਲੇ ਗਏ। ਮੈਂ ਕਈ ਵਾਰ ਸੋਚਦੀ ਹੁੰਦੀ ਹਾਂ ਵੀ ਗੁਰੂ ਅਰਜਨ ਪਾਤਸ਼ਾਹ ਤੇ ਭਾਈ ਗੁਰਦਾਸ ਜੀ ਨੇ ਜਦੋਂ ਬਾਣੀ ਨੂੰ ਇਕੱਤਰ ਕਰਕੇ ਸਾਨੂੰ ਇਹ ਪੋਥੀ ਗੁਰੂ ਗ੍ਰੰਥ ਸਾਹਿਬ ਦੀ ਦੇ ਰੂਪ ਵਿੱਚ ਦਿੱਤੀ, ਤੇ ਅਸੀਂ ਅੱਜ ਮਤਲਬ ਕਿ ਪੜ੍ਹਾਈ ਨੂੰ, ਮੈਂ ਨਹੀਂ ਕਹਿੰਦੀ ਕਿ ਪੜ੍ਹਨਾ ਨਹੀਂ ਹੈਗਾ, ਪੜ੍ਹਨਾ ਹੈਗਾ ਅਸੀਂ, ਪਰ ਲੇਕਿਨ ਅੱਜ ਅਸੀਂ ਸਿਰਫ ਦੁਨਿਆਵੀ ਪੜ੍ਹਾਈ ਦੇ ਪਿੱਛੇ ਇੰਨੇ ਪੈ ਗਏ ਹਾਂ ਕਿ ਵੀ ਬਸ ਸਾਨੂੰ ਡਿਗਰੀਆਂ ਚਾਹੀਦੀਆਂ, ਸਾਨੂੰ ਐਸ਼ੋ ਇਸ਼ਰਤ ਚਾਹੀਦੀ ਹੈ, ਸਾਨੂੰ ਲਗਜ਼ਰੀ ਚਾਹੀਦੀ ਹੈ। ਗੁਰੂ ਸਾਹਿਬ ਤੋਂ ਪੜ੍ਹਿਆ ਲਿਖਿਆ ਕੌਣ ਹੋਏਗਾ? ਪਰ ਲੇਕਿਨ ਉਹਨਾਂ ਨੇ ਪਹਿਲਾਂ ਕਿਤੇ ਨਹੀਂ ਲਿਖਿਆ ਵੀ ਤੁਸੀਂ ਇੰਨੇ ਅਖੰਡ ਪਾਠ ਸਾਹਿਬ ਰੱਖਣੇ ਆ ਤੇ ਇਹਨੂੰ ਗੁਰਬਾਣੀ ਨੂੰ ਐਵੇਂ। ਗੁਰਬਾਣੀ ਦੇ ਦੁਆਰਾ ਹੀ ਸਾਨੂੰ ਗੁਰਬਾਣੀ ਤੋਂ ਤੋੜਿਆ ਜਾ ਰਿਹਾ। ਜਦੋਂ ਅਸੀਂ ਇੰਨੇ ਅਖੰਡ ਪਾਠ ਸਾਹਿਬ, ਇੰਨੇ ਗਿਣਤੀਆਂ ਮਿੰਤੀਆਂ ਦੇ ਚੁਪਹਿਰੇ ਦੁਪਹਿਰੇ ਅਸੀਂ ਕਰਨ ਲੱਗ ਜਾਂਗੇ, ਸਾਡਾ ਗੁਰਬਾਣੀ ਵੱਲ ਬਿਲਕੁਲ ਵੀ ਧਿਆਨ ਨਹੀਂ ਜਾਏਗਾ ਕਿ ਸਾਨੂੰ ਗੁਰੂ ਸਾਹਿਬ ਇੰਨੀ ਕੀਮਤੀ, ਇੰਨੀ, ਗੁਰੂ ਸਾਹਿਬ ਕਹਿੰਦੇ ਨੇ ਗੁਰਬਾਣੀ ਬਣੀਏ, ਗੁਰਬਾਣੀ ਇਸ ਜਗ ਮੈਂ ਚਾਨਣ। ਕਿਹੜੇ ਜਗ ਵਿੱਚ ਚਾਨਣ? ਮੇਰੇ ਹਿਰਦੇ ਰੂਪੀ ਜਗ ਵਿੱਚ ਚਾਨਣ, ਜਿੱਥੇ ਹਨੇਰਾ ਹੀ ਹਨੇਰਾ। ਕਹਿੰਦੇ ਨੇ ਮਿਟਿਆ ਅੰਧੇਰਾ ਚੰਨ ਚੜਿਆ। ਬਾਹਰਲਾ ਚੰਨ ਰੋਜ਼ ਚੜੇਗਾ, ਚੜਦਾ ਰਹੇਗਾ, ਚਾਹੇ ਮੈਂ ਹੋਵਾਂ ਚਾਹੇ ਨਾ ਹੋਵਾਂ, ਪਰ ਲੇਕਿਨ ਮੇਰੇ ਅੰਦਰ ਹਨੇਰਾ ਵਾ, ਔਰ ਹਨੇਰਾ ਹੀ ਰਹੇਗਾ ਜਦ ਤੱਕ ਮੈਂ ਗੁਰਬਾਣੀ ਦਾ, ਮਤਲਬ ਕਿ ਗੁਰਬਾਣੀ ਤੋਂ ਮੈਂ ਗਿਆਨ ਨਹੀਂ ਲੈਂਦੀ ਤੇ ਆਪਣੇ ਜੀਵਨ ਨੂੰ ਨਹੀਂ ਸਵਾਰਦੀ। ਸੋ ਆਈਏ ਆਪਣੀ ਗੱਲ ਤੇ ਕਿ ਵੀ ਇਹ ਸਾਰਾ ਸਾਨੂੰ ਕਿਹਾ ਜਾਂਦਾ ਕਿ ਜੀ ਤੁਸੀਂ ਘਰ ਹੀ ਬੈਠੋ, ਤੁਹਾਨੂੰ ਹੁਕਮਨਾਮਾ ਵੀ ਪਹੁੰਚੇਗਾ ਜੀ, ਇੱਥੇ ਤੁਹਾਡੇ ਨਾਮ ਦਾ ਅਖੰਡ ਪਾਠ ਸਾਹਿਬ ਰਖਾਇਆ ਗਿਆ ਹੈ ਜੀ, ਇੱਥੇ ਤੁਹਾਡੀ ਅਰਦਾਸ ਵੀ ਹੋ ਜਾਏਗੀ ਜੀ। ਬਸ ਜੀ ਸਭ ਤੋਂ ਵੱਧ ਬਸ ਅਸੀਂ ਸਾਰੇ ਭੈਣ ਭਰਾਵਾਂ ਨੇ ਕੋਸ਼ਿਸ਼ ਕਰਨੀ ਹੈ ਕਿ ਕੁਝ ਸ਼ਬਦਾਂ ਵਿੱਚ ਤੇ ਇੱਕ ਤੋਂ ਵੱਧ ਵੀ ਵਾਰ ਰਹਾਓ ਆਇਆ, ਕਿਸੇ ਸ਼ਬਦ ਵਿੱਚ 2 ਵਾਰੀ ਵੀ ਰਹਾਓ ਆਇਆ, ਬਾਕੀ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ 2685 ਵਾਰ ਰਹਾਓ ਆਇਆ। ਰਹਾਓ ਦਾ ਮਤਲਬ ਹੈ ਕਿ ਰੁਕਣਾ। ਹੁਣ ਤੁਸੀਂ ਦੇਖੋ ਕਿ ਜਦ ਰੁਕਣੇ ਦੀ ਗੱਲ ਆ ਹੀ ਗਈ ਹੈ, ਤੇ ਜਦੋਂ ਅਸੀਂ ਇਸ ਰਹਾਓ ਦੀ ਪੰਕਤੀ ਨੂੰ ਅਹਿਮੀਅਤ ਨਾ ਦੇ ਕੇ ਸਿਰਫ ਅਖੰਡ ਪਾਠ ਸਾਹਿਬ ਦੀ ਇੱਕ ਰਸਮ ਵਜੋਂ ਹੀ ਪੜ੍ਹੀ ਜਾਵਾਂਗੇ, ਤੇ ਫਿਰ ਮਤਲਬ ਕਿ
ਇਹ ਜਿਹੜੀ ਗੁਰੂ ਰਾਹਾਉ ਵਾਲੀ ਪੰਕਤੀ ਹੈ ਨਾ, ਇਹ ਮਤਲਬ ਕਿ ਅਖੰਡ ਪਾਠ ਸਾਹਿਬ ਨੂੰ ਰੱਦ ਕਰਦੀ ਹੈ। ਗੁਰਬਾਣੀ ਗੁਰੂ ਸਾਹਿਬ ਦੀ ਗੁਰਬਾਣੀ ਰਾਹਾਉ ਦੀ ਪੰਕਤੀ ਦਾ ਮਤਲਬ ਹੁੰਦਾ ਹੈ ਪੋਜ਼, ਰੁਕਣਾ, ਤੇ ਇਹ ਰੱਦ ਕਰਦੀ ਹੈ ਕਿ ਅਖੰਡ ਪਾਠ ਸਾਹਿਬ ਨਹੀਂ ਰੱਖਿਆ ਜਾ ਸਕਦਾ। ਉਸ ਟਾਈਮ ਲੋੜ ਸੀਗੀ, ਉਸ ਟਾਈਮ ਜੰਗਲਾਂ ਕੰਦਰਾਂ ਵਿੱਚ ਸਾਡੇ ਵੀਰ, ਸਾਡੇ ਬਜ਼ੁਰਗ, ਸਾਡੇ ਪੂਰਵਜ ਰਹਿੰਦੇ ਸੀਗੇ, ਤੇ ਉਹ ਮਤਲਬ ਕਿ ਗੁਰਬਾਣੀ ਨੂੰ ਜਦੋਂ ਇੱਕ ਮਤਲਬ ਕਿ ਇਕੱਠੇ ਹੋਣਾ ਤੇ ਉਹਨਾਂ ਨੇ ਇਕੱਤਰ ਹੋ ਕੇ ਗੁਰਬਾਣੀ ਨੂੰ ਪੜ੍ਹਨਾ, ਵੀ ਇੰਨੇ ਘੰਟਿਆਂ ਵਿੱਚ ਪੂਰੀ ਗੁਰਬਾਣੀ ਨੂੰ ਮਤਲਬ ਕਿ ਉਹਨਾਂ ਦੀ ਡਿਊਟੀਜ਼ ਜਾਂ ਉਹਨਾਂ ਦੀ ਸੇਵਾ ਲੱਗੀਆਂ ਹੁੰਦੀਆਂ ਸੀ ਕਿ ਪੜ੍ਹ ਕੇ ਉਹਦੇ ਅਨੁਸਾਰ ਹੀ ਅੱਗੇ ਤੁਰਨਾ, ਆਪਣਾ ਜੀਵਨ ਨੂੰ ਬਣਾਉਣਾ ਉਸ ਅਨੁਸਾਰ ਹੀ। ਪਰ ਲੇਕਿਨ ਜਿਹੜਾ ਇਤਿਹਾਸ ਹੈ ਨਾ, ਤੁਸੀਂ ਦੇਖੋ ਸਾਡੇ ਕੋਲ ਪਿਓਰ ਫਾਰਮ ਵਿੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਹੈ। ਜਿਹੜਾ ਸਾਨੂੰ ਇਤਿਹਾਸ ਹੈ ਉਹ ਜਿਹੜਾ ਕਵੀ ਸੰਤੋਖ ਸਿੰਘ ਹੈ ਨਾ, ਉਹਨਾਂ ਨੇ ਲਿਖਿਆ ਵਾ। ਜਿਹੜਾ ਸੂਰਜ ਪ੍ਰਕਾਸ਼, ਜਿਹੜਾ ਆਮ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਦੀ ਕਥਾ ਵੀ ਹੁੰਦੀ ਹੈ, ਉਹ ਕਿਸੇ ਗੁਰਸਿੱਖ ਨੇ ਨਹੀਂ ਲਿਖਿਆ। ਉਹ ਬ੍ਰਾਹਮਣੀਵਾਦ ਮਤਲਬ ਕਿ ਉਹ ਬ੍ਰਾਹਮਣ ਦੇ ਕੁਲ ਵਿੱਚੋਂ ਸੀਗੇ ਕਵੀ ਸੰਤੋਖ ਸਿੰਘ ਜੀ, ਉਹਨਾਂ ਦੁਆਰਾ ਲਿਖਿਆ ਗਿਆ ਹੈ। ਪਰ ਲੇਕਿਨ ਜਿਹੜਾ ਇਤਿਹਾਸ ਹੈ ਨਾ, ਉਹ ਵੀ ਅਸੀਂ ਗੁਰਬਾਣੀ ਤੇ ਕਸਵੱਟੀ ਤੇ ਜਿਹੜਾ ਪੂਰਾ ਉਤਰਦਾ ਹੈ, ਉਹ ਉਸ ਇਤਿਹਾਸ ਨੂੰ ਸਾਨੂੰ ਮੰਨਣਾ ਚਾਹੀਦਾ ਹੈ ਵੀ ਗੁਰੂ ਸਾਹਿਬ ਜਿਹੜੀ ਸਾਨੂੰ ਪਿਓਰ ਫਾਰਮ ਵਿੱਚ ਗੁਰਬਾਣੀ ਦੇ ਕੇ ਗਏ ਹੈ, ਉਹਨਾਂ ਦੇ ਅਨੁਸਾਰ ਹੀ ਉਹ ਇਤਿਹਾਸ ਨੂੰ ਅਸੀਂ ਉਸ ਅੱਖ ਨਾਲ ਵਾਚਾਂਗੇ ਕਿ ਵੀ ਇਤਿਹਾਸ ਜਿਹੜਾ ਸਾਨੂੰ ਹੁਣ ਅੱਜ ਸੁਣਾਇਆ ਜਾਂਦਾ ਹੈ ਕਿ ਉਹ ਬਿਲਕੁਲ ਗੁਰੂ ਸਾਹਿਬ ਦੀ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ ਕਿ ਨਹੀਂ। ਕਿ ਅਸੀਂ ਅੱਖਾਂ ਬੰਦ ਕਰਕੇ ਤੇ ਕੰਨ ਵੀ ਬੰਦ ਕਰਕੇ ਜੇ ਸੁਣੀ ਜਾਵਾਂਗੇ ਤੇ ਸਾਡੇ ਪੱਲੇ ਕੁਝ ਵੀ ਨਹੀਂ ਪਏਗਾ। ਜਦ ਕਿ ਗੁਰਬਾਣੀ ਦਾ ਫਰਮਾਨ ਹੈ, ਅਸ਼ਵਮੇਧ ਜਗ ਕੀਜੇ, ਸੋਨਾ ਗਰਭ ਦਾਨ ਦੀਜੇ, ਰਾਮ ਨਾਮ ਸਰ ਤੋਂ ਨਾ ਪੂਜੇ, ਛੋੜ ਛੋੜ ਰੇ ਪਖੰਡੀ, ਮਨ ਕਪਟ ਨਾ ਕੀਜੇ, ਹਰ ਕਾ ਨਾਮ ਨਿਤ ਨਿਤ ਹੈ ਲੀਜੇ। ਇੱਥੇ ਗੁਰੂ ਸਾਹਿਬ ਕਹਿੰਦੇ ਨੇ, ਜੇ ਕੋਈ ਅਸ਼ਵਮੇਧ ਜਗ ਵੀ ਕਰੇ ਤੇ ਸੋਨਾ ਵੀ ਦਾਨ ਦੇ ਦੇ, ਭਾਵ ਕਿ ਸਭ ਕੁਝ ਆਪਣਾ, ਇਸ ਮਤਲਬ ਕਿ ਪੁਰਾਣੇ ਹੁਣ ਵੀ ਕਈ ਜਗ੍ਹਾ ਤੇ ਵੀ ਉਹ ਲੋਕੀ ਇਸਤਰੀ ਵੀ ਦਾਨ ਦੇ ਦਿੰਦੇ ਸੀ ਆਪਣੇ, ਮਤਲਬ ਕਿ ਆਪਣੇ ਘਰ ਦੀ, ਮਤਲਬ ਕਿ ਤੁਸੀਂ ਦੇਖ ਲਓ ਵੀ ਗੁਰੂ ਸਾਹਿਬ ਨੇ ਇਸਤਰੀ ਈਮਾਨ ਕਿਹਾ, ਪੁੱਤਰ ਨਿਸ਼ਾਨ ਕਿਹਾ, ਦੌਲਤ ਗੁਜਰਾਨ ਕਿਹਾ, ਛੇਵੇਂ ਪਾਤਸ਼ਾਹ ਨੇ। ਤੇ ਉਹ ਦੇਖ ਲਓ ਇਸਤਰੀ ਤੱਕ ਵੀ ਦਾਨ ਦੇ ਦਿੰਦੇ ਸੀਗੇ। ਕੀ ਚੀਜ਼, ਅਸੀਂ ਸਾਨੂੰ ਸਵਰਗ ਮਿਲੇਗਾ ਤੇ ਅਸੀਂ ਮੁਕਤੀ ਪਾ ਲਾਂਗੇ। ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ, ਤੂੰ ਭਾਵੇਂ ਜਗ ਕਰ, ਭਾਵੇਂ ਸੋਨਾ ਦਾਨ ਦੇ, ਭਾਵੇਂ ਇਸਤਰੀ ਦਾਨ ਦੇ, ਤੇ ਭਾਵੇਂ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਛੋੜ ਛੋੜ ਰੇ ਪਖੰਡੀ, ਮਨ ਕਪਟ ਨਾ ਕੀਜੇ, ਹੇ ਮੇਰੇ ਕਪਟੀ ਮਨ, ਕਪਟ ਨਾ ਕਰ, ਇਹ ਕਪਟ ਛੱਡ ਦੇ। ਫਿਰ ਕੀ ਕਰ ਜੀ, ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ, ਹਰ ਕਾ ਨਾਮ ਨਿਤ ਨਿਤ ਹੈ ਲੀਜੇ, ਰਹਾਓ, ਸਦਾ ਪਰਮਾਤਮਾ ਦਾ ਨਾਮ ਸਿਮਰ, ਉਹਦੇ ਦੱਸੇ ਹੋਏ ਰਸਤੇ ਤੇ ਚੱਲ। ਸੋ ਅਸੀਂ ਹੁਣ ਆਪ ਫੈਸਲਾ ਕਰਨਾ ਹੈ ਕਿ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਕੱਠਾ ਮਤਲਬ ਕਿ 48 ਘੰਟੇ ਵਿੱਚ ਪਾਠ ਕਰ ਸਕਦੇ ਹਾਂ। ਔਰ ਜਿਹੜੇ ਸਾਡੇ ਮਤਲਬ ਕਿ ਘਰਾਂ ਵਿੱਚ ਜਾਂ ਗੁਰਦੁਆਰਾ ਸਾਹਿਬ ਦਾ ਤਾਂ ਸਾਡਾ ਮਤਲਬ ਹੀ ਨਹੀਂ ਬਣਦਾ ਕਿ ਕੋਈ ਬੈਠ ਕੇ ਉਹਨੂੰ ਗੁਰਬਾਣੀ ਨੂੰ ਸੁਣਦਾ ਹੋਵੇ। ਘਰਾਂ ਵਿੱਚ ਵੀ ਅਸੀਂ ਸੁਣਨਾ ਵਾਜਿਬ ਨਹੀਂ ਸਮਝਦੇ, ਅਸੀਂ ਆਪਣੇ ਕੰਮਾਂ ਕਾਰਾਂ ਵਿੱਚ ਲੱਗੇ ਰਹਿੰਦੇ ਹਾਂ। ਸੋ ਗੱਲ ਇੱਥੇ ਆਉਂਦੀ ਹੈ ਕਿ ਵੀ ਗੁਰੂ ਸਾਹਿਬ ਨੇ 239 ਸਾਲ ਵਿੱਚ ਸਾਨੂੰ ਇੰਨਾ ਪਿਆਰੀ ਦਾਤ ਦਿੱਤੀ ਹੈ, ਸਾਡੀ ਝੋਲੀ ਵਿੱਚ ਪਾਈ ਹੈ, ਸਾਰੀ ਇਨਸਾਨੀਅਤ ਨੂੰ ਇੱਕ ਜੈਸਾ ਮੈਸੇਜ ਦੇ ਰਹੀ ਹੈ ਕਿ ਅਸੀਂ ਇਕੱਲੇ ਅਖੰਡ ਪਾਠ ਸਾਹਿਬ ਕਰਕੇ ਆਪਣਾ ਛੁਟਕਾਰਾ ਪਾ ਸਕਦੇ ਹਾਂ? ਨਹੀਂ ਪਾ ਸਕਦੇ। ਸਾਨੂੰ ਖੁਦ ਗੁਰਬਾਣੀ ਪੜ੍ਹਨੀ ਪਏਗੀ। ਸਹਿਜ ਪਾਠ ਵਿੱਚ ਅਸੀਂ ਰੋਜ਼ ਭਾਵੇਂ ਇੱਕ ਅੰਕ ਨਹੀਂ ਅਸੀਂ ਪੜ੍ਹ ਸਕਦੇ, ਇੱਕ ਸ਼ਬਦ ਪੜ੍ਹ ਲਓ, ਇੱਕ ਸ਼ਬਦ ਨਹੀਂ ਪੜ੍ਹ ਸਕਦੇ, ਇੱਕ ਪਦਾ ਪੜ੍ਹ ਲਓ, ਪਰ ਜ਼ਰੂਰ ਸਾਨੂੰ ਪੜ੍ਹ ਕੇ ਹੀ ਸਾਨੂੰ ਇਸ ਚੀਜ਼ ਦੀ ਸਮਝ ਆਏਗੀ, ਇਸ ਖਜ਼ਾਨੇ ਦੀ ਸਮਝ ਆਏਗੀ। ਸੋ ਗੁਰਬਾਣੀ ਪੜ੍ਹਦਿਆਂ, ਕੋਈ ਪੰਕਤੀਆਂ ਪੜ੍ਹਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।